ਵਾਹਿਗੁਰੂ ਗੁਰੂ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਰਵਰੇ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਦੇ ਵਿੱਚ ਗੁਰੂ ਘਰ ਦੇ ਆਨੰਦ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੇ ਵਿੱਚ ਜੁੜੇ ਬੈਠੇ ਮੁਅੱਜ਼ਿਜ਼ ਹਾਜ਼ਰੀਨ, ਕੋਈ ਰਸਨਾ ਵਾਂਝੀ ਨਾ ਰਹੇ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕੋਈ ਬਹੁਤ ਜ਼ਿਆਦਾ ਲੰਮੇਰਾ ਨਹੀਂ ਹੈ। ਕੇਵਲ ਤੇ ਕੇਵਲ 5.5 ਸਦੀਆਂ ਦਾ ਇਤਿਹਾਸ ਹੈ। ਆਪ ਜੀ ਸਾਰੇ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਪ੍ਰਗਟ ਦਿਹਾੜਾ ਅਸੀਂ ਇਸ ਸਾਲ ਦੇ ਵਿੱਚ ਮਨਾ ਰਹੇ ਹਾਂ। ਪਰ ਇੱਕ ਤਰਾਸਦੀ ਵੀ ਹੈ ਕਿ ਬੇਸ਼ੱਕ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦਿਹਾੜੇ ਤੋਂ ਲੈ ਕੇ 18ਵੀਂ ਸਦੀ ਤੱਕ ਸਿੱਖਾਂ ਨੇ ਮੈਦਾਨੇ ਜੰਗ ਤੋਂ ਲੈ ਕੇ ਸੇਵਾ ਦੇ ਖੇਤਰ ਤੱਕ ਜਾਂ ਸਮਰਪਣ ਤੋਂ ਲੈ ਕੇ ਰਾਜ ਦੀ ਪ੍ਰਾਪਤੀ ਤੱਕ ਘੋੜਿਆਂ ਦੀਆਂ ਕਾਠੀਆਂ 'ਤੇ ਬੈਠ ਕੇ ਤੇਗਾਂ ਦੀਆਂ ਨੋਕਾਂ ਦੇ ਨਾਲ ਇਤਿਹਾਸ ਸਿਰਜਿਆ ਬਹੁਤ ਹੈ, ਲਿਖਿਆ ਬਹੁਤ ਘੱਟ ਹੈ। ਲਿਖਣ ਦੇ ਵਿੱਚ ਇੰਨੀ ਜ਼ਿਆਦਾ ਅਣਗਹਿਲੀ ਵਰਤੀ ਹੈ ਕਿ ਇਤਿਹਾਸ ਦੇ ਸਮਿਆਂ ਦੇ ਸਮੇਂ ਇੱਕ ਟਾਈਮ ਗੈਪ ਜਿਹੜੇ ਸੀ, ਇੱਕ ਸਮੇਂ ਦੇ ਖਾਸ ਸਰੋਤ ਜਿਹੜੇ ਸੀ, ਉਹ ਵੀ ਹੌਲੀ ਹੌਲੀ ਸਾਡੀ ਮਾਨਸਿਕਤਾ ਦੇ ਵਿੱਚੋਂ ਖਤਮ ਹੋ ਗਏ। ਅਤੇ ਜਿੰਨਾ ਅਸੀਂ ਲਿਖਿਆ ਸਾਡੇ ਪੁਰਾਤਨ ਲਿਖਾਰੀਆਂ ਨੇ, ਉਹ ਸਾਡੀ ਜਨਮ ਸਾਖੀ ਪਰੰਪਰਾ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਨਮ ਸਾਖੀ ਪਰੰਪਰਾ ਨੇ ਗੁਰ ਇਤਿਹਾਸ ਦੀਆਂ ਸਾਖੀਆਂ ਨੂੰ ਰੋਚਕ ਜ਼ਰੂਰ ਬਣਾਇਆ, ਦਿਲਚਸਪ ਬਣਾਇਆ। ਸਟੇਜ ਦੇ ਉੱਪਰ ਸੁਣਨ ਦਾ, ਸੁਣਾਉਣ ਦਾ ਆਨੰਦ ਹੈ, ਪਰ ਇੱਕ ਸਭ ਤੋਂ ਵੱਡੀ ਟ੍ਰੈਜਡੀ ਵੀ ਹੈ ਕਿ ਉਹਨਾਂ ਦੇ ਵਿੱਚ ਕਰੋਨੋਗ੍ਰਾਫਿਕ ਫੇਸ ਨਹੀਂ ਹੈ, ਤਰੀਖਾਂ ਨਹੀਂ। ਅਤੇ ਜਦੋਂ ਇਤਿਹਾਸ ਦੇ ਵਿੱਚ ਤਾਰੀਖਾਵਲੀ ਨਹੀਂ ਹੁੰਦੀ ਕਿ ਕਿਹੜਾ ਦਿਹਾੜਾ ਕਿਸ ਤਾਰੀਖ ਨੂੰ ਵਾਪਰਿਆ, ਅਤੇ ਉਹ ਇਤਿਹਾਸ ਹੌਲੀ ਹੌਲੀ ਮਿਥਿਹਾਸ ਬਣ ਜਾਂਦਾ ਹੈ। ਔਰ ਅੱਜ ਇਹ ਵਰਤਾਰਾ ਵਾਪਰ ਰਿਹਾ। ਸਾਡਾ ਇਤਿਹਾਸ ਹੌਲੀ ਹੌਲੀ ਮਿਥਿਹਾਸ ਬਣਦਾ ਜਾ ਰਿਹਾ ਹੈ। ਅਤੇ ਜਿਹੜੀਆਂ ਕੌਮਾਂ ਨੂੰ ਅਸੀਂ ਕਹਿੰਦੇ ਸੀ ਨਾ ਕਿ ਇਹਨਾਂ ਦਾ ਇਤਿਹਾਸ ਹੀ ਕੋਈ ਨਹੀਂ, ਜੇ ਮੈਂ ਨਾਮ ਲੈ ਕੇ ਕਹਾਂ ਤਾਂ ਹਿੰਦੂ ਧਰਮ ਦੀ ਗੱਲ ਕਰਾਂ ਤਾਂ ਅਕਸਰ ਸਟੇਜਾਂ ਦੇ ਉੱਪਰੋਂ ਇਹ ਗੱਲ ਕਹੀ ਜਾਂਦੀ ਸੀ ਕਿ ਇਹਨਾਂ ਦਾ ਤਾਂ ਮਿਥਿਹਾਸ ਹੈ। ਇਹਨਾਂ ਕੋਲ ਕਿਹੜਾ ਇਤਿਹਾਸ ਹੈ? ਕਿਉਂ ਅਸੀਂ ਮਿਥਿਹਾਸ ਸ਼ਬਦ ਵਰਤਦੇ ਸੀ? ਅਸੀਂ ਮਾਈਥੋਲੋਜੀ ਕਿ ਮਿਥ ਲਿਆ ਗਿਆ ਹੈ। ਮਿਥਿਹਾਸ ਹੈ ਕਿਸੇ ਚੀਜ਼ ਨੂੰ ਮਿਥ ਲੈਣਾ, ਇਤਿਹਾਸ ਹੈ ਇੰਜ ਵਾਪਰਿਆ ਸੀ। ਇਤਿਹਾਸ ਸੰਸਕ੍ਰਿਤ ਦਾ ਸ਼ਬਦ ਹੈ, ਇੰਜ ਹੋਇਆ ਸੀ। ਅਤੇ ਜੇਕਰ ਇਤਿਹਾਸ ਦੇ ਵਿੱਚ ਅਸੀਂ ਇਸ ਰੂਪ ਨੂੰ ਇੰਜ ਹੋਇਆ ਦੇ ਰੂਪ ਦੇ ਵਿੱਚ ਵੇਖੀਏ ਤਾਂ ਉਸ ਦੇ ਵਾਸਤੇ ਸਾਡੇ ਕੋਲ ਇਤਿਹਾਸ ਦੀ ਸਿੱਕੇਬੰਦ ਤਾਰੀਖਾਵਲੀ ਦੀ ਲੋੜ ਹੁੰਦੀ ਹੈ ਅਤੇ ਸਿੱਕੇਬੰਦ ਸਰੋਤਾਂ ਦੀ ਲੋੜ ਹੁੰਦੀ ਹੈ। ਜਦੋਂ ਇਹ ਦੋ ਚੀਜ਼ਾਂ ਸਾਡੇ ਕੋਲ ਨਹੀਂ ਹੁੰਦੀਆਂ, ਸਰੋਤ ਔਰ ਤਾਰੀਖ, ਫਿਰ ਅਸੀਂ ਮਿੱਥਦੇ ਹਾਂ ਕਿ ਮਿੱਥ ਲਓ ਕਿ ਇੰਜ ਹੋਇਆ ਸੀ। ਪਰ ਜਿਨ੍ਹਾਂ ਲੋਕਾਂ ਨੂੰ ਅਸੀਂ ਕਹਿੰਦੇ ਸੀ ਕਿ ਉਹਨਾਂ ਕੋਲ ਇਤਿਹਾਸ ਨਹੀਂ, ਮਿਥਿਹਾਸ ਹੈ, ਉਹਨਾਂ ਲੋਕਾਂ ਨੇ ਤਾਂ ਅਖਿਲ ਭਾਰਤੀ ਰਾਸ਼ਟਰੀਆ ਇਤਿਹਾਸ ਸੰਕਲਨ ਯੋਜਨਾ, ਇੱਕ RSS ਦੀ ਜਥੇਬੰਦੀ ਹੈ, ਜਿਹੜੀ ਕਿ ਹਿੰਦੁਸਤਾਨ ਦੇ ਹਿੰਦੂਆਂ ਦੇ 5000 ਸਾਲੇ ਪੁਰਾਣੇ ਇਤਿਹਾਸ ਨੂੰ ਤਾਰੀਖਾਵਲੀ ਦੇ ਰਹੀ ਹੈ। ਉਹ ਤਾਰੀਖਾਂ ਨਿਰਧਾਰਿਤ ਕਰਦੇ ਜਾ ਰਹੇ ਨੇ, ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਪੁਰਾਣਿਕ ਸਰੋਤਾਂ ਦੇ ਵਿੱਚੋਂ ਰਾਹੂ, ਕੇਤੂ ਅਤੇ ਨਛੱਤਰਾਂ ਦੀਆਂ ਚਾਲਾਂ ਨੂੰ ਲੈ ਕੇ ਰਾਮ ਦਾ ਜਨਮ ਦਿਨ ਵੀ ਨਿਰਧਾਰਿਤ ਕਰ ਲਿਆ। ਇੱਕ ਰਿਟਾਇਰਡ IRS ਆਫਿਸਰ ਹੈ ਰੈਵਨਿਊ ਡਿਪਾਰਟਮੈਂਟ ਦੇ ਵਿੱਚੋਂ, ਸਰੋਜ ਬਾਲਾ, ਉਹਦਾ ਲੇਖ ਟਾਈਮਸ ਆਫ ਇੰਡੀਆ ਦੇ ਵਿੱਚ ਛਪਿਆ ਸੀ, ਮੇਰੇ ਕੋਲ ਪਿਆ ਹੈ। ਉਸ ਨੇ ਪੁਰਾਤਨ ਸਰੋਤਾਂ ਦੇ ਵਿੱਚੋਂ ਇੱਕ ਸੌਫਟਵੇਅਰ ਪਲੈਨੇਟੇਰੀਅਮ ਤਿਆਰ ਕਰਕੇ ਰਾਮ ਦੀ ਜਨਮ ਤਰੀਕ ਨੂੰ ਨਿਰਧਾਰਿਤ ਕੀਤਾ ਹੈ। ਔਰ ਉਸਨੇ ਲਿਖਿਆ ਹੈ ਕਿ ਜੇਕਰ ਉਦੋਂ ਈਸਵੀ ਸਨ ਨੂੰ ਮੰਨਿਆ ਜਾਵੇ ਅਤੇ ਈਸਾ ਤੋਂ 5114 ਸਾਲ ਪਹਿਲਾਂ ਦੀ 10 ਜਨਵਰੀ। ਹੁਣ ਸਮਝੋ ਕਿ ਜੇਕਰ ਉਹ ਆਪਣਾ ਮਿਥਿਹਾਸ ਇਤਿਹਾਸ ਦੇ ਵਿੱਚ ਬਦਲ ਰਹੇ ਨੇ
ਤੇ ਸਾਡਾ ਇਤਿਹਾਸ ਮਿਥਿਹਾਸ ਕਿਉਂ ਬਣਦਾ ਜਾ ਰਿਹਾ? ਉਹਦੇ ਪਿੱਛੇ ਕੋਈ ਇੱਕ ਵਿਅਕਤੀ, ਇੱਕ ਸਿੱਖ, ਇੱਕ ਸੰਸਥਾ ਜ਼ਿੰਮੇਵਾਰ ਨਹੀਂ ਹੈ, ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ। ਕਿਉਂਕਿ ਅਸੀਂ ਵੀ ਉਹ ਸੁਣਨਾ ਪਸੰਦ ਕਰਦੇ ਹਾਂ ਜਿਹਦੇ ਵਿੱਚ ਕੰਨ ਰਸ ਹੋਵੇ, ਦਿਲਚਸਪੀ ਹੋਵੇ, ਜਿਹੜਾ ਮਨ ਨੂੰ ਮੋਹ ਰਿਹਾ ਹੋਵੇ, ਅਸੀਂ ਉਹੀ ਸੁਣਨਾ ਪਸੰਦ ਕਰਦੇ ਹਾਂ। ਪਰ ਜਦੋਂ ਇਤਿਹਾਸ ਸਹੀ ਰੂਪ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ ਤੇ ਉਹਦੇ ਵਿੱਚ ਸਾਨੂੰ ਆਪਣੀ ਕੌਮ ਦੇ ਸਕਾਰਾਤਮਕ ਪੱਖ ਵੀ ਵੇਖਣੇ ਪੈਂਦੇ ਨੇ, ਨਕਾਰਾਤਮਕ ਪੱਖ ਵੀ ਵੇਖਣੇ ਪੈਂਦੇ ਨੇ। ਸੋ ਜਿਹੜੀ ਇਤਿਹਾਸਕਾਰੀ ਹੁੰਦੀ ਹੈ ਉਹਦੇ ਵਿੱਚ ਅਹਿਮ ਗੱਲ ਹੁੰਦੀ ਹੈ ਕਿ ਸਾਡੇ ਕੋਲ ਉਸ ਵਕਤ ਦੇ ਸਮਕਾਲੀ ਸਰੋਤ ਤੇ ਉਹਨਾਂ ਦਾ ਕਰੋਨੋਗ੍ਰਾਫਿਕ ਫੇਸ, ਤਾਰੀਖਾਵਲੀ ਜ਼ਰੂਰ ਹੋਵੇ। ਜਦੋਂ ਅਸੀਂ ਖਾਸ ਕਰਕੇ ਜੇ ਮੈਂ ਅੱਜ ਦੇ ਦਿਹਾੜੇ ਨਾਲ ਸੰਬੰਧਿਤ ਗੱਲ ਕਰਾਂ ਤੇ ਜਦੋਂ ਅਸੀਂ ਬਾਬਾ ਮੱਖਣ ਸ਼ਾਹ ਲੋਬਾਣਾ ਜੀ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਸਾਡੀ ਮਾਨਸਿਕਤਾ ਦੇ ਵਿੱਚ ਇੱਕ ਤਸਵੀਰ ਬਸ ਇੰਨੀ ਕੁ ਵਸੀ ਹੈ ਕਿ ਬਾਬਾ ਮੱਖਣ ਸ਼ਾਹ ਲੋਬਾਣਾ ਜੀ ਨੇ ਆ ਕੇ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਤੌਰ ਗੁਰੂ ਪ੍ਰਗਟ ਕੀਤਾ। ਜਾਂ ਕਿਤੇ ਇਸ ਦੀ ਰੌਚਕਤਾ ਵੇਖਣੀ ਹੋਵੇ ਤੇ ਫਿਰ ਅਸੀਂ ਸਮੁੰਦਰ ਦੇ ਵਿੱਚ ਜਹਾਜ਼ ਵਾਲੀ ਜਿਹੜੀ ਸਾਖੀ ਹੈ ਉਹਦਾ ਪਿਛੋਕੜ ਬਣਾ ਲਈਏ। ਪਰ ਖਿਆਲ ਕਰੋ ਕਿ ਇਸ ਪਰਿਵਾਰ ਦਾ ਵੀ ਤਾਂ ਕੋਈ ਪਿਛੋਕੜ ਹੋਵੇਗਾ। ਇਹ ਪਰਿਵਾਰ ਗੁਰੂ ਘਰ ਦੇ ਨਾਲ ਕਿਵੇਂ ਜੁੜਿਆ? ਇਤਿਹਾਸਕਾਰੀ ਤਾਂ ਇਹ ਹੈ ਨਾ, ਇਹ ਤਾਂ ਮਹਿਜ਼ ਇੱਕ ਸਾਖੀ ਤੱਕ ਸੀਮਤ ਹੈ ਨਾ ਜੋ ਕੁਝ ਤੁਸੀਂ ਸੁਣਿਆ। ਪਰ ਇਤਿਹਾਸਕਾਰੀ ਕੀ ਹੈ ਕਿ ਇਸ ਪਰਿਵਾਰ ਦਾ ਪਰਿਵਾਰਕ ਪਿਛੋਕੜ ਕੀ ਸੀ? ਰਾਜਪੂਤਾਂ ਤੋਂ ਆਏ ਇਸ ਪਰਿਵਾਰ ਨੂੰ ਲੋਬਾਣਾ ਸ਼ਬਦ ਕਿਵੇਂ ਮਿਲਿਆ? ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਇਹਨਾਂ ਦਾ ਉੱਚ ਪੱਧਰੀ ਜਿਹੜਾ ਸਟੇਟਸ ਸੀ ਰਾਜ ਦੇ ਵਿੱਚ ਉਹ ਕੀ ਸੀ? ਔਰ ਕਿਸ ਤਰ੍ਹਾਂ ਦੇ ਨਾਲ ਇਹ ਪਰਿਵਾਰਾਂ ਦੇ ਪਰਿਵਾਰ ਗੁਰੂ ਘਰ ਦੇ ਨਾਲ ਜੁੜੇ ਰਹੇ? ਅਹਿਮ ਗੱਲ ਤਾਂ ਇਹ ਹੈ। ਸੋ ਜੇਕਰ ਮੈਂ ਸਾਰੇ ਵਿਸਥਾਰ ਦੀ ਗੱਲ ਕਰਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਡਿਪਾਰਟਮੈਂਟ, ਪਬਲੀਕੇਸ਼ਨ ਬਿਊਰੋ ਦੇ ਵੱਲੋਂ ਅੱਜ ਤੋਂ 30 ਸਾਲ ਪਹਿਲਾਂ ਇੱਕ ਕਿਤਾਬ ਛਾਪੀ ਗਈ ਸੀ। ਉਸ ਕਿਤਾਬ ਦਾ ਆਧਾਰ ਕੀ ਸੀ? 1963 ਦੇ ਵਿੱਚ ਆਲੋਚਨਾ ਨਾਮਕ ਮਾਸਿਕ ਪੱਤਰ ਦੇ ਵਿੱਚ ਭੱਟ ਵਹੀਆਂ ਦਾ ਆਲੋਚਨਾਤਮਕ ਅਧਿਐਨ ਛਪਿਆ ਸੀ। ਜੇ ਮੈਂ ਹੋਰ ਉਹਦੇ ਤੋਂ ਪਿੱਛੇ ਚਲਾ ਜਾਵਾਂ ਤੇ 1882 ਦੇ ਵਿੱਚ ਲੋਬਾਣਾ ਬਰਾਦਰੀ ਦੇ ਦੇਸਾ ਸਿੰਘ ਜੀ ਬਰਸਿੰਘਾਣਾ ਨੇ ਇੱਕ ਕਿਤਾਬ ਲਿਖੀ ਸੀ। ਉਹਦਾ ਆਧਾਰ ਲੈ ਕੇ ਰਣਧੀਰ ਸਿੰਘ ਰਿਸਰਚ ਸਕਾਲਰ ਨੇ ਇੱਕ ਕਿਤਾਬ ਲਿਖੀ ਸੀ, ਉਦਾਸੀ ਸਿੱਖਾਂ ਦੀ ਵਿਥਿਆ। ਤੇ ਹੁਣ ਟ੍ਰੈਜਡੀ ਕੀ ਹੈ, ਤਰਾਸਦੀ ਕੀ ਹੈ, ਮੈਂ ਜਿੰਨੀਆਂ ਕਿਤਾਬਾਂ ਦੇ ਨਾਮ ਲਏ ਨੇ ਉਹ ਕਿਸੇ ਲਾਇਬ੍ਰੇਰੀ ਦੇ ਵਿੱਚ ਅਵੇਲੇਬਲ ਨਹੀਂ। ਕਿਤਾਬਾਂ ਕਿਉਂ ਗਵਾਚਦੀਆਂ ਨੇ, ਕਿਉਂ ਗੁੰਮ ਹੋ ਜਾਂਦੀਆਂ ਨੇ? ਕਿਉਂਕਿ ਸਾਨੂੰ ਪੜ੍ਹਨ ਦਾ ਸ਼ੌਕ ਹੀ ਨਹੀਂ ਹੈ। ਅਸੀਂ ਕਿਤਾਬ ਦੇ ਨਾਲ ਤੇ ਨਫ਼ਰਤ ਕਰਦੇ ਹਾਂ, ਅਸੀਂ ਪੜ੍ਹਨਾ ਹੀ ਨਹੀਂ ਚਾਹੁੰਦੇ, ਅਸੀਂ ਵੇਖਣਾ ਹੀ ਨਹੀਂ ਚਾਹੁੰਦੇ ਕਿ ਸਾਡਾ ਇਤਿਹਾਸ ਕੀ ਸੀ। ਤੇ ਮਾਫ਼ ਕਰਨਾ, ਜਿਸ ਕੌਮ ਦੇ ਬਸ਼ਰ ਨੂੰ, ਜਿਸ ਕੌਮ ਦੇ ਬਸ਼ਿੰਦੇ ਨੂੰ ਆਪਣੀ ਕੌਮ ਦਾ ਇਤਿਹਾਸ ਨਹੀਂ ਪਤਾ ਨਾ, ਉਹਦੀ ਹਾਲਤ ਬਿਲਕੁਲ ਉਸ ਬੱਚੇ ਵਰਗੀ ਹੈ ਜਿਸ ਨੂੰ ਆਪਣੇ ਮਾਂ-ਬਾਪ ਦੇ ਨਾਮ ਦਾ ਨਹੀਂ ਪਤਾ। ਇੱਕ ਕੌੜਾ ਸੱਚ ਹੈ ਕਿ ਜੇਕਰ ਸਾਨੂੰ ਆਪਣੇ ਵਡੇਰਿਆਂ ਦਾ, ਆਪਣੇ ਪੁਰਖਿਆਂ ਦਾ, ਉਹਨਾਂ ਦੀ ਕੀਤੀ ਘਾਲ ਕਮਾਈ ਦਾ ਤੇ ਉਹਨਾਂ ਦੇ ਕੀਤੇ ਘਾਲਣਾ ਔਰ ਸਮਰਪਣ ਦਾ ਨਹੀਂ ਪਤਾ, ਤੇ ਇਸ ਦਾ ਮਤਲਬ ਸਾਨੂੰ ਆਪਣੇ ਪਿਛੋਕੜ ਦੇ ਬਾਰੇ ਕੁਝ ਵੀ ਨਹੀਂ ਪਤਾ।